Hello students, myself Dr. Amin Juneja, lecturer economics, Shahid Balwinder Singh, Government Senior Secondary Smart School, Sabuana District Fazilka। ਤਾਂ ਮੈਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਇਸ ਚੈਨਲ ਤੇ ਅੱਜ ਦੇ ਲੈਕਚਰ ਦੇ ਵਿੱਚ ਆਪਾਂ ਆਪਣੇ ਪਿਛਲੇ ਲੈਕਚਰ ਦੇ ਵਿੱਚ ਇਹ ਦੇਖਿਆ ਸੀ ਕਿ ਜਿਹੜੀ ਮੌਦਰਿਕ ਨੀਤੀ ਹੈ ਉਹ ਕੀ ਚੀਜ਼ ਹੁੰਦੀ ਹੈ, ਮਤਲਬ ਵੀ ਜਿਹੜੀ ਸਰਕਾਰ ਹੈ ਤੇ ਆਪਣੇ ਕੇਂਦਰੀ ਬੈਂਕ ਜਿਹੜੇ ਨੇ ਉਹ ਕਿਸ ਤਰੀਕੇ ਨਾਲ ਮੁਦਰਾ ਦੀ ਮੰਗ ਤੇ ਮੁਦਰਾ ਦੀ ਪੂਰਤੀ ਨਾਲ ਸੰਬੰਧਿਤ ਜਿਹੜੀ ਮੌਦਰਿਕ ਨੀਤੀ ਹੈ ਉਹਦੇ ਵਿੱਚ ਬਦਲਾਵ ਕਰਕੇ ਵੱਧ ਮੰਗ ਤੇ ਘੱਟ ਮੰਗ ਦੀ ਸਮੱਸਿਆ ਨੂੰ ਹੱਲ ਕਰ ਸਕਦੇ ਨੇ। ਆਪਾਂ ਕਿਹਾ ਸੀ ਕਿ ਜਦੋਂ ਵੀ ਆਪਾਂ ਮੌਦਰਿਕ ਨੀਤੀ ਦੀ ਗੱਲ ਕਰਦੇ ਆ ਉਹਦੇ ਵਿੱਚ ਦੋ ਚੀਜ਼ਾਂ ਆਉਂਦੀਆਂ ਨੇ, ਇੱਕ ਹੁੰਦਾ ਹੈ ਮੁਦਰਾ ਦੀ ਮੰਗ, ਇੱਕ ਹੁੰਦੀ ਹੈ ਮੁਦਰਾ ਦੀ ਪੂਰਤੀ। ਯਾਨੀ ਜਦੋਂ ਵੀ ਆਪਾਂ ਮੌਦਰਿਕ ਨੀਤੀ ਦੀ ਗੱਲ ਕਰਾਂਗੇ ਯਾਨੀ ਮੁਦਰਾ ਸੰਬੰਧੀ ਨੀਤੀ ਦੀ ਗੱਲ ਕਰਾਂਗੇ ਉਹਦੇ ਵਿੱਚ ਦੋ ਚੀਜ਼ਾਂ ਆਣਗੀਆਂ, ਇੱਕ ਮੁਦਰਾ ਦੀ ਮੰਗ ਆਏਗੀ ਤੇ ਇੱਕ ਮੁਦਰਾ ਦੀ ਪੂਰਤੀ ਆਏਗੀ। मतलब अपनी सरकार ते अपना केंद्रीय बैंक ਜਦੋਂ ਵੀ ਮੌਦਰਿਕ ਨੀਤੀ ਨੂੰ ਲਾਗੂ ਕਰਨਗੇ ਵੱਧ ਮੰਗ ਤੇ ਘੱਟ ਮੰਗ ਦੀ ਸਮੱਸਿਆ ਨੂੰ ਹੱਲ ਕਰਨ ਲਈ ਉਹ ਕੀ ਕਰਨਗੇ, ਉਹ ਦੋ ਚੀਜ਼ਾਂ ਤੇ ਧਿਆਨ ਦੇਣਗੇ। ਪਹਿਲਾ ਉਹ ਮੁਦਰਾ ਦੀ ਮੰਗ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਨਗੇ, ਦੂਸਰਾ ਉਹ ਮੁਦਰਾ ਦੀ ਪੂਰਤੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਜਿਹੜਾ ਉਹ ਕਰਨਗੇ। ਤਾਂ ਉਹਦੇ ਵਾਸਤੇ ਉਹ ਦੋ ਤਰ੍ਹਾਂ ਦੇ ਉਪਕਰਨ ਯੂਜ਼ ਕਰਨਗੇ, ਦੋ ਤਰ੍ਹਾਂ ਦੇ ਤਰੀਕੇ ਯੂਜ਼ ਕਰਨਗੇ। ਪਹਿਲਾ ਜਿਹੜਾ ਉਹ ਮਾਤਰਾਤਮਕ ਉਪਕਰਨ ਨੇ ਜੋ ਹਰੇਕ ਕੰਮ ਵਾਸਤੇ ਜਿਹੜੀ ਮੁਦਰਾ ਦੀ ਮੰਗ ਲੋਕ ਕਰਦੇ ਨੇ ਉਹ ਸਾਰੇ ਦੇ ਸਾਰੇ ਮਕਸਦ ਨੂੰ ਉਹ ਪ੍ਰਭਾਵਿਤ ਕਰਨਗੇ। मतलब ਆਪਾਂ ਜਿਹੜੀ ਮੁਦਰਾ ਦੀ ਮੰਗ ਕਰਦੇ ਆ ਉਹ ਕਿਉਂ ਕਰਦੇ ਆ, ਦੇਖੋ ਆਪਾਂ ਹੁਣੇ ਕਿਹਾ ਵੀ ਉਪਭੋਗ ਵਾਸਤੇ ਕਰਦੇ ਆ, ਨਿਵੇਸ਼ ਵਾਸਤੇ ਕਰਦੇ ਆ, ਜਾਂ ਆਪਾਂ ਕੋਈ ਘਰ ਬਣਾਉਣਾ ਹੈ ਉਹਦੇ ਵਾਸਤੇ ਆਪਾਂ ਪੈਸੇ ਦੀ ਮੰਗ ਕਰਦੇ ਆ, ਕਰਜ਼ਾ ਲੈਂਦੇ ਆ, ਕਾਰ ਲੋਨ ਲੈਂਦੇ ਆ, ਹੋਮ ਲੋਨ ਲੈਂਦੇ ਆ, ਐਜੂਕੇਸ਼ਨ ਲੋਨ ਲੈਂਦੇ ਆ, ਪਰਸਨਲ ਲੋਨ ਲੈਂਦੇ ਆ, ਖੇਤੀ ਵਾਸਤੇ ਲੈਂਦੇ ਆ, ਉਦਯੋਗਾਂ ਵਾਸਤੇ ਲੈਂਦੇ ਆ। ਤੇ ਜਿਹੜੇ ਮਾਤਰਾਤਮਕ ਉਪਕਰਨ ਨੇ ਇਹ ਕੀ ਕਰਨਗੇ, ਇਹ ਜਿੰਨੇ ਵੀ ਮਕਸਦ ਨੇ ਜਿਨ੍ਹਾਂ ਵਾਸਤੇ ਆਪਾਂ ਮੁਦਰਾ ਦੀ ਮੰਗ ਕਰਦੇ ਆ ਇਹ ਕੀ ਕਰਨਗੇ, ਇਹਨਾਂ ਸਾਰੇ ਦੇ ਸਾਰੇ ਮਕਸਦ ਵਾਸਤੇ ਮੁਦਰਾ ਦੀ ਮੰਗ ਨੂੰ ਪ੍ਰਭਾਵਿਤ ਕਰਨਗੇ। मतलब ਜੇ ਤਾਂ ਇਹ ਸਾਰੇ ਕਰਜ਼ੇ ਜ਼ਿਆਦਾ ਦੇਣੇ ਨੇ ਤਾਂ ਫਿਰ ਸਾਰੇ ਹੀ ਜ਼ਿਆਦਾ ਦੇਣੇ ਨੇ, ਤੇ ਜੇ ਕਰਜ਼ੇ ਘੱਟ ਦੇਣੇ ਨੇ ਤਾਂ ਸਾਰੇ ਹੀ ਘੱਟ ਦੇਣੇ ਨੇ। ਮਾਤਰਾਤਮਕ ਉਪਕਰਨ ਜਿਹੜੇ ਨੇ ਉਹ ਵੱਖ-ਵੱਖ ਤਰ੍ਹਾਂ ਦੇ ਕਰਜ਼ਿਆਂ ਦੇ ਵਿੱਚ भेदभाव नहीं करते, मतलब देंगे तो सारे देंगे, घट देंगे तो सारे घट देंगे। ਜਿਹੜੇ ਗੁਣਾਤਮਕ ਉਪਕਰਨ ਨੇ ਉਹ ਐਜੇ ਨੇ ਜਿਹੜੇ ਅਲੱਗ-ਅਲੱਗ ਕਰਜ਼ਿਆਂ ਦੇ ਵਿੱਚ ਭੇਦਭਾਵ ਕਰਦੇ ਨੇ। ਮਤਲਬ ਸਰਕਾਰ ਕਹਿੰਦੀ ਹੈ ਕਿ ਵੱਧ ਮੰਗ ਹੈ, ਮੰਗ ਬਹੁਤ ਜ਼ਿਆਦਾ ਹੈ, ਆਪਾਂ ਕਰਜ਼ੇ ਘੱਟ ਦੇਣੇ ਨੇ, ਪਰ ਇਹ ਨਹੀਂ ਹੈਗਾ ਕਿ ਆਪਾਂ ਸਾਰੇ ਕਰਜ਼ੇ ਹੀ ਘੱਟ ਦੇਣੇ ਨੇ। ਜੇ ਮੰਨ ਲਓ ਕੋਈ ਆਪਣੇ ਕੋਲ ਐਜੂਕੇਸ਼ਨ ਲੋਨ ਲੈਣ ਆ ਜਾਂਦਾ ਹੈ ਉਹ ਦੇ ਦਿਓ, ਅਗਰ ਕੋਈ ਜਿਹੜਾ ਆਦੇ ਘਰ ਨੂੰ ਬਣਾਉਣ ਵਾਸਤੇ ਲੋਨ ਲੈਣ ਆ ਜਾਂਦਾ ਹੈ ਤਾਂ ਉਹਨੂੰ ਨਾ ਦਿਓ, ਕਾਰ ਲੋਨ ਲੈਣਾ ਚਾਹੁੰਦਾ ਹੈ ਨਾ ਦਿਓ, ਜੇ ਕੋਈ ਉਦਯੋਗ ਲਗਾਉਣ ਵਾਸਤੇ ਲੋਨ ਲੈਣ ਆ ਜਾਂਦਾ ਹੈ ਤਾਂ ਦੇ ਦਿਓ। मतलब ਕੁਝ ਲੋਨ ਦਿੱਤੇ ਜਾਣਗੇ ਕੁਝ ਨਹੀਂ ਦਿੱਤੇ ਜਾਣਗੇ, ਤਾਂ ਆਪਾਂ ਇਹਨਾਂ ਨੂੰ ਸਿਲੈਕਟਿਵ ਕ੍ਰੈਡਿਟ ਕੰਟਰੋਲ ਮੈਜਰਸ ਜਿਹੜੇ ਹੈ ਉਹ ਕਹਿੰਦੇ ਆ। ठीक हो गया जी। तो ਉਹਦੇ ਚ ਆਪਾਂ ਸ਼ੁਰੂਆਤ ਜਿਹੜੀ ਕੀਤੀ ਸੀ ਉਹ ਆਪਾਂ ਕੀਤੀ ਸੀ ਮਾਤਰਾਤਮਕ ਉਪਕਰਨ ਦੇ ਵਿੱਚ। ਪਹਿਲੀ ਚੀਜ਼ ਜਿਹੜੀ ਕੀ ਸੀ ਆਪਣੀ ਬੈਂਕ ਦਰ। ਤਾਂ ਬੈਂਕ ਦਰ ਕੀ ਹੈ, ਉਹ ਦਰ ਹੈ ਜਿੰਦੇ ਉੱਪਰ ਕਿਸੇ ਵੀ ਦੇਸ਼ ਦਾ ਕੇਂਦਰੀ ਬੈਂਕ ਜਿਹੜਾ ਹੈ ਉਹ ਕੀ ਕਰਦਾ ਹੈ, ਜਿਹੜੇ ਅੱਗੇ ਬੈਂਕ ਨੇ ਜਿਵੇਂ ਸਟੇਟ ਬੈਂਕ ਆਫ ਇੰਡੀਆ ਹੋ ਗਿਆ ਜਾਂ ਐਕਸਿਸ ਬੈਂਕ ਹੋ ਗਿਆ ਜਾਂ ਆਈਸੀਆਈਸੀਆਈ ਹੋ ਗਿਆ ਜਾਂ ਕੈਨਰਾ ਬੈਂਕ ਹੋ ਗਿਆ, ਅਲਾਹਾਬਾਦ ਬੈਂਕ ਹੋ ਗਿਆ ਜਾਂ ਆਪਾਂ ਕੀ ਪੰਜਾਬ ਨੈਸ਼ਨਲ ਬੈਂਕ ਹੋ ਗਿਆ, ਇਹਨਾਂ ਸਾਰੇ ਬੈਂਕਾਂ ਨੂੰ ਜਿਹੜਾ ਹੈ ਉਹ ਕਰਜ਼ਾ ਦਿੰਦਾ ਹੈ। ਤਾਂ ਜਿਸ ਦਰ ਤੇ ਕੇਂਦਰੀ ਬੈਂਕ ਜਿਹੜਾ ਹੈ ਉਹ ਬਾਕੀ ਬੈਂਕਾਂ ਨੂੰ, ਜਿਹਨੂੰ ਆਪਾਂ ਕੀ ਕਹਿੰਦੇ ਆ ਵਪਾਰਕ ਬੈਂਕ, ਤਾਂ ਕੇਂਦਰੀ ਬੈਂਕ ਕੀ ਕਰੇਗਾ, ਵਪਾਰਕ ਬੈਂਕਾਂ ਨੂੰ ਕਰਜ਼ਾ ਦੇਗਾ, ਉਹ ਦਰ ਨੂੰ ਆਪਾਂ ਕੀ ਕਹਿੰਦੇ ਆ ਬੈਂਕ ਦਰ ਕਹਿੰਦੇ ਆ। ਆਪਾਂ ਸਮਝਣ ਵਾਸਤੇ ਇਹ ਚੀਜ਼ ਯੂਜ਼ ਕੀਤੀ ਸੀ ਵੀ ਤੁਸੀਂ ਰਿਜ਼ਰਵ ਬੈਂਕ ਨੂੰ ਹੋਲਸੇਲਰ ਸਮਝ ਲਓ, ਜਿਹੜੇ ਛੋਟੇ ਬੈਂਕ ਨੇ ਉਹਨਾਂ ਨੂੰ ਤੁਸੀਂ ਦੁਕਾਨਦਾਰ ਸਮਝ ਲਓ ਤੇ ਆਦੇ ਆਪ ਨੂੰ ਗਾਹਕ ਸਮਝ ਲਓ। यानी ਜਿਹੜਾ ਦੁਕਾਨਦਾਰ ਹੈ ਉਹਨੇ ਕੀ ਕਰਨਾ ਹੈ, ਹੋਲਸੇਲਰ ਤੋਂ ਚੀਜ਼ ਲੈਣੀ ਹੈ, ਉਹਦੇ ਚ ਆधा ਮੁਨਾਫਾ ਲਾਣਾ ਹੈ ਤੇ ਤੁਹਾਨੂੰ ਦੇ ਦੇਣਾ ਹੈ। ਤਾਂ ਜਿਹੜਾ ਰਿਜ਼ਰਵ ਬੈਂਕ ਹੈ ਉਹ ਹੋਲਸੇਲਰ ਹੈ, ਜਿਹੜੇ ਬੈਂਕ ਨੇ ਉਹ ਕੀ ਨੇ, ਦੁਕਾਨਦਾਰ ਨੇ। ਤਾਂ ਬੈਂਕਾਂ ਨੇ ਕੀ ਕਰਨਾ ਹੈ, ਹੋਲਸੇਲਰ यानी कि रिजर्व बैंक तो कर्जा लेना है, विच आधा मुनाफा लाना है ते अगे ਤੁਹਾਨੂੰ ਦੇ ਦੇਣਾ है।
ਤਾਂ ਜੇਕਰ ਉਹਨਾਂ ਨੂੰ ਅੱਗੋਂ ਚੀਜ਼ ਮਹਿੰਗੀ ਮਿਲੇਗੀ ਹੋਲਸੇਲਰ ਤੋਂ ਤਾਂ ਤੁਹਾਨੂੰ ਵੀ ਕਰਜ਼ਾ ਮਹਿੰਗਾ ਮਿਲੇਗਾ, ਜੇ ਉਹਨਾਂ ਨੂੰ ਅੱਗੋਂ ਹੋਲਸੇਲਰ ਤੋਂ ਚੀਜ਼ ਸਸਤੀ ਮਿਲੇਗੀ ਤਾਂ ਤੁਹਾਨੂੰ ਵੀ ਕਰਜ਼ਾ ਸਸਤਾ ਮਿਲੇਗਾ। ਤਾਂ ਜੇ ਤਾਂ ਮੰਗ ਘੱਟ ਹੈ ਤਾਂ ਕੀ ਕੀਤਾ ਜਾਏਗਾ, ਉਹਨੂੰ ਹੁਣ ਵਧਾਣਾ ਹੈ, ਯਾਨੀ ਕੀ ਕਰਨਗੇ, ਤੁਹਾਨੂੰ ਕਰਜ਼ੇ ਜ਼ਿਆਦਾ ਦੇਣਗੇ। ਉਹਦੇ ਵਾਸਤੇ ਕੀ ਕਰੇਗਾ, ਰਿਜ਼ਰਵ ਬੈਂਕ ਦਰ ਨੂੰ ਘਟਾ ਦੇਗਾ, ਯਾਨੀ ਜਿਸ ਰੇਟ ਤੇ ਉਹ ਵਪਾਰਕ ਬੈਂਕਾਂ ਨੂੰ ਕਰਜ਼ਾ ਦੇ ਰਿਹਾ ਸੀ ਉਹਨੂੰ ਸਸਤਾ ਕਰ ਦੇਗਾ, ਯਾਨੀ ਵਪਾਰਕ ਬੈਂਕਾਂ ਨੂੰ ਕੇਂਦਰੀ ਬੈਂਕ ਤੋਂ ਕਰਜ਼ਾ ਲੈਣਾ ਸਸਤਾ ਹੋ ਜਾਏਗਾ ਤਾਂ ਤੁਹਾਨੂੰ ਵੀ ਕਰਜ਼ਾ ਸਸਤਾ ਦੇਣਗੇ। ਹੁਣ ਤੁਹਾਨੂੰ ਕਰਜ਼ਾ ਲੈਣਾ ਹੋ ਗਿਆ ਸਸਤਾ ਤਾਂ ਤੁਸੀਂ ਜ਼ਿਆਦਾ ਕਰਜ਼ੇ ਲਓਗੇ, ਕਰਜ਼ਾ ਲੈ ਕੇ ਆਦੇ ਘਰੇ ਤਾਂ ਰੱਖੋਗੇ ਨਹੀਂ, ਕਿਉਂ, ਤੁਹਾਨੂੰ ਪਤਾ ਹੈ ਕਰਜ਼ਾ ਲਿਆ ਹੋਇਆ ਕੱਲ ਨੂੰ ਇਹਦੇ ਤੇ ਵਿਆਜ ਦੇਣੀ ਹੈ ਤਾਂ ਤੁਸੀਂ ਘਰੇ ਤਾਂ ਨਹੀਂ ਰੱਖੋਗੇ ਨਾ, ਤੁਸੀਂ ਕਿਸੇ ਨਾ ਕਿਸੇ ਕੰਮ ਚਲਾਓਗੇ, ਉੱਥੇ ਕੀ ਹੋਏਗਾ, ਤੁਸੀਂ ਮੰਗ ਕਰੋਗੇ ਤਾਂ ਮੰਗ ਜਿਹੜੀ ਹੈ ਉਹ ਵੱਧ ਜਾਏਗੀ। दूसरा, जे मंग पहले ही ज्यादा है फिर जिहड़ा रिजर्व बैंक है वो की करेगा, बैंक दर नूं वधा देगा, यानी जिस दर ते वो वपारक बैंकां नूं कर्जा दे रहा सी ओनू महंगा कर देगा। हुण वपारक बैंकां नूं केंद्रीय बैंक तो कर्जा लेना महंगा हो गया तो तुहानू भी कर्जा महंगा मिलेगा, यानी हुण अगर तुसी बैंक तो कर्जा लैण गए तुहानू ज्यादा रेट ते कर्जा मिलना है, ब्याजां वध जाणीਆਂ ने। हुण जे ब्याज वध गई तो तुसी की करोगे, कर्जा घट लोगे, पैसा तुहाडे कोल घट आएगा, की होएगा, मंग नहीं कर पाओगे तो वध मंग दी समस्या जिहड़ी है वो हल हो जाएगी। हुण अज आपां इहदे च दूसरा उपकरण जिहड़ा है वो करदे हां, जिहड़ा की है नकद निधि अनुपात। ठीक है, नकद निधि अनुपात एक ही चीज हुंदा है। जिहड़ी बैंक दर है मैं दस्सिया सी भी इस टाइम ते जिहड़ी बैंक दर है वो चल रही है 4.65%। ठीक है, हुण है नकद निधि अनुपात। ठीक है, इहनूं नकद भी बोल सकते हैं ते इहनूं नगद भी बोल सकते हैं। नगद निधि अनुपात इहनूं आपां कहंदे आ इंग्लिश दे विच कैश रिजर्व रेशो। ਤਾਂ कैश रिजर्व रेशो जी है शॉर्ट फॉर्म है CRR। CRR इस टाइम चल रही है 10%। ठीक है, हुण एक ही चीज है, देखो CRR का मतलब ये है भी देखो जदों भी कोई भी बैंक ठीक है खुलदा है ਉਹਨੂੰ ਕੀ ਕਰਨਾ ਪੈਂਦਾ ਹੈ, ਆਦੇ ਕੋਲ ਜਿੰਨੇ ਪੈਸੇ ਆਣਗੇ ਰੋਜ਼ਾਨਾ ਬੇਸਿਸ ਤੇ, ਠੀਕ ਹੈ, ਉਹਦਾ ਕੁਝ ਪ੍ਰਤੀਸ਼ਤ ਹਿੱਸਾ ਉਹਨੂੰ ਰਿਜ਼ਰਵ ਬੈਂਕ ਕੋਲ ਰੱਖਣਾ ਪਏਗਾ। किवें रखना पड़ेगा, हुण क्यों हुंदा है, पहला आपां इसदा कारण ही समझते हैं। देखो तुसीं एक बैंक दे विच खाता खुलवा लिया, ठीक है, मान लो तुहाडे उस खाते च कुछ पैसे पए ने, कल वो बैंक फेल हो गया, इसदा मतलब ये कि तुहाडे पैसे डुब गए नहीं, कदे भी। अगर कोई बैंक फेल हो जाता है तो तुहाडे पैसे कदे नहीं डुबणगे, तुहाडे पैसे पूरे तरीके नाल सुरक्षित ने। जे हुण हुंदा की बैंक ਜਿਹੜੇ ਨੇ ਉਹਨਾਂ ਵਾਸਤੇ ਇੱਕ ਰੂਲ ਹੈ ਵੀ ਜਿੰਨੇ ਤੁਹਾਡੇ ਕੋਲ ਰੋਜ਼ ਦੇ ਪੈਸੇ ਆਣਗੇ ਨਾ ਉਹਦਾ ਕੁਝ ਪ੍ਰਤੀਸ਼ਤ ਹਿੱਸਾ ਤੁਹਾਨੂੰ ਰਿਜ਼ਰਵ ਬੈਂਕ ਕੋਲ ਰੱਖਣਾ ਪੈਣਾ ਤਾਂ ਕਿ ਜੇਕਰ ਰੱਬ ਨਾ ਕਰੇ ਕੱਲ ਨੂੰ ਬੈਂਕ ਫੇਲ ਹੋ ਜਾਵੇ ਤਾਂ ਉਸ ਬੈਂਕ ਦੇ ਬਹੁਤ ਸਾਰੇ ਪੈਸੇ ਜਿਹੜੇ ਨੇ ਉਹ ਰਿਜ਼ਰਵ ਬੈਂਕ ਕੋਲ ਪਏ ਹੋਣਗੇ। ਤਾਂ ਰਿਜ਼ਰਵ ਬੈਂਕ ਕੀ ਕਰੇਗਾ, ਉਹਨਾਂ ਪੈਸਿਆਂ ਦੇ ਵਿੱਚੋਂ ਕੱਢ ਕੇ ਜਿਹੜੇ ਉਹਦੇ ਗਾਹਕ ਹੋਣਗੇ ਉਹਨਾਂ ਸਾਰਿਆਂ ਨੂੰ ਭੁਗਤਾਨ ਕਰੇਗਾ। ਆਮ ਤੌਰ ਤੇ ਤੁਸੀਂ ਇੱਕ ਚੀਜ਼ ਦੇਖੀ ਹੋਣੀ ਹੈ भी टाइम टू टाइम ਜਿਹੜੇ अलग-अलग बैंक ने ਉਹਨਾਂ ਨੂੰ ਮਰਜ ਕਰ ਦਿੱਤਾ ਜਾਂਦਾ ਹੈ। ਜੇ ਕੋਈ ਬੈਂਕ ਫੇਲ ਹੋ ਜਾਂਦਾ ਹੈ ਤਾਂ ਉਹਨੂੰ ਕੀ ਕੀਤਾ ਜਾਂਦਾ ਹੈ, ਦੂਜੇ ਬੈਂਕ ਦੇ ਵਿੱਚ ਸ਼ਾਮਿਲ ਕਰ ਦਿੱਤਾ ਜਾਂਦਾ ਹੈ, ਉਹਨੂੰ ਆਪਾਂ ਕਹਿੰਦੇ ਆ ਮਰਜਰ ਆਫ ਬੈਂਕ। ਮਰਜਰ ਮਤਲਬ ਮਿਲਾ ਦੇਣਾ, ਦੋ ਬੈਂਕਾਂ ਨੂੰ ਮਿਲਾ ਦਿੱਤਾ ਜਾਂਦਾ। ਜਿਵੇਂ ਇੱਕ ਬੈਂਕ ਸੀ ਉਹਦਾ ਨਾਮ ਸੀ ਬੈਂਕ ਆਫ ਪੰਜਾਬ। ਬੈਂਕ ਆਫ ਪੰਜਾਬ ਫੇਲ ਹੋ ਗਿਆ, ਸਰਕਾਰ ਨੇ ਕੀ ਕੀਤਾ, ਉਹਨੂੰ ਚੱਕ ਕੇ ਸੈਂਚੂਰੀਅਨ ਬੈਂਕ ਦੇ ਵਿੱਚ ਮਰਜ ਕਰਤਾ तो बन गया सेंचुरियन बैंक ऑफ पंजाब। फिर सेंचुरियन बैंक ऑफ पंजाब भी फेल हो गया, ਉਹਨੂੰ ਕੀ ਕੀਤਾ, ਉਹਨੂੰ HDFC बैंक ਵਿੱਚ ਮਰਜ ਕਰਤਾ, ਯਾਨੀ ਹੁਣ बैंक ऑफ पंजाब सेंचुरियन बैंक ਚ ਮਰਜ ਹੋਇਆ। सेंचुरियन बैंक ਜਿਹੜਾ ਬਾਅਦ ਚ HDFC ਦੇ ਵਿੱਚ ਮਰਜ ਹੋਇਆ ਤਾਂ ਇਸ ਟਾਈਮ ਉਹ HDFC बैंक ਹੈ। ਠੀਕ ਹੈ ਜੀ, ਹੁਣ ਸੋਚਣ ਦੀ ਗੱਲ ਇਹ ਹੈ ਵੀ ਇੱਕ ਜਿਹੜਾ ਵਧੀਆ ਬੈਂਕ ਹੈ HDFC ਉਹ ਇੱਕ ਫੇਲ ਹੋਏ ਬੈਂਕ ਨੂੰ ਆਦੇ ਵਿੱਚ ਸ਼ਾਮਿਲ ਕਿਉਂ ਕਰਾਏਗਾ, ਉਹ ਕਹੇਗਾ ਮੈਂ ਕਿਉਂ ਲਵਾਂ ਇਹਨੂੰ, ਇਹ ਤਾਂ ਪਹਿਲਾਂ ਹੀ ਘਾਟੇ ਚੱਲਦਾ ਪਿਆ, ਮੈਂ ਨਿਗਾਹ ਨਹੀਂ ਲੈਂਦਾ। ਰਿਜ਼ਰਵ ਬੈਂਕ ਕਹੇਗਾ ਵੀ ਦੇਖ ਬਈ ਤੈਨੂੰ ਟੈਨਸ਼ਨ ਲੈਣ ਦੀ ਲੋੜ ਹੈ, ਜਿੰਨਾ ਇਹਨਾਂ ਨੂੰ ਘਾਟਾ ਪਿਆ
ਉਹ ਸਾਰੇ ਪੈਸੇ ਸਾਡੇ ਕੋਲ ਅਸੀਂ ਇਹਦੇ ਬੈਂਕ ਦਾ ਕੁਝ ਹਿੱਸਾ ਨਾ ਆਦੇ ਕੋਲ ਰੱਖਿਆ ਹੋਇਆ ਹੈ, ਘਾਟਾ ਅਸੀਂ ਕਰਾਂਗੇ ਪੂਰਾ ਇਹਦਾ। ਤੂੰ ਕੀ ਕਰਨਾ ਹੈ, ਸਿਰਫ ਇਹਨੇ ਗਾਹਕ ਸੰਭਾਲਣੇ ਨੇ। ਹੁਣ ਬੈਂਕ ਸੋਚੇਗਾ ਕਿ ਮੈਂ ਤਾਂ ਘਰੇ ਬੈਠੇ ਫ੍ਰੀ ਫੰਡ ਦੇ ਵਿੱਚ ਇਹਨੇ ਗਾਹਕ ਮਿਲੀ ਜਾਂਦੇ ਨੇ, ਮੇਰੇ ਤਾਂ ਗਾਹਕ ਬੰਦੇ ਪਏ ਨੇ। ਤਾਂ ਜਦੋਂ ਮਰਜਰ ਹੁੰਦਾ ਹੈ ਤਾਂ ਹਰੇਕ ਬੈਂਕ ਇਹ ਚਾਹੁੰਦਾ ਹੈ ਕਿ ਜਿਹੜਾ ਦੂਜਾ ਬੈਂਕ ਮਰਜ ਕੀਤਾ ਜਾ ਰਿਹਾ ਹੈ ਉਹ ਮੇਰੇ ਵਿੱਚ ਮਰਜ ਕਰੋ, ਤਾਂ ਕਿ ਮੈਨੂੰ ਉਹਦੇ ਗਾਹਕ ਮਿਲ ਜਾਣ। ਜਿਹੜਾ ਘਾਟਾ ਪਿਆ ਹੈ ਉਹ ਤਾਂ ਰਿਜ਼ਰਵ ਬੈਂਕ ਨੇ ਪੂਰਾ ਕਰ ਹੀ ਦੇਣਾ। ਤਾਂ ਹਰੇਕ ਬੈਂਕ ਵਾਸਤੇ ਇਹ ਜ਼ਰੂਰੀ ਹੈ ਵੀ ਉਹ ਕੀ ਕਰੇ, ਜਿੰਨੇ ਪੈਸੇ ਉਹਦੇ ਕੋਲ ਆਉਂਦੇ ਨੇ ਉਹਦਾ 1% ਹਿੱਸਾ ਉਹ ਰਿਜ਼ਰਵ ਬੈਂਕ ਕੋਲ ਰੱਖੇ। ਆਪਾਂ ਨੂੰ ਇੱਕ ਤਰ੍ਹਾਂ ਦਾ ਸਿਕਿਉਰਿਟੀ ਕਹਿ ਸਕਦੇ ਹਾਂ ਵੀ ਬੈਂਕਾਂ ਦੀ ਸਿਕਿਉਰਿਟੀ ਹੈ ਵੀ ਜੇ ਰੱਬ ਨਾ ਕਰੇ ਕੱਲ ਨੂੰ ਤੂੰ ਫੇਲ ਹੋ ਗਿਆ ਤਾਂ ਤੇਰੇ ਪੈਸੇ ਪਏ ਨੇ, ਉਹਦੇ ਚੋਂ ਕੱਢ ਕੇ ਤੇਰੇ ਗਾਹਕਾਂ ਨੂੰ ਦੇ ਦਿਆਂਗੇ। ਇਸ ਟਾਈਮ ਉਹ ਜਿਹੜਾ ਕੈਸ਼ ਰਿਜ਼ਰਵ ਰੇਸ਼ੋ ਹੈ ਨਾ ਉਹ ਚੱਲਦਾ ਪਿਆ 3%। ਮਤਲਬ ਅਗਰ ਇੱਕ ਬੈਂਕ ਦੇ ਕੋਲ 100 ਰੁਪਏ ਆਏ ਰੋਜ਼ ਦੇ ਤਾਂ ਉਹਦਾ 3% ਯਾਨੀ ਕਿ 3 ਰੁਪਏ ਤਾਂ ਕੌਣ ਲੈ ਜਾਏਗਾ, ਰਿਜ਼ਰਵ ਬੈਂਕ। ਤਾਂ ਉਸ ਬੈਂਕ ਤੋਂ ਬਚਣਗੇ ਰੁਪਏ 97। ਠੀਕ ਹੈ, यानी हरेक 100 रुपए के पीछे 3 रुपए रिजर्व बैंक ने ले जाने ने। रिजर्व बैंक कहता 100 रुपए आए ना या 3 रुपए का कट 3 रुपए कटेगा तो वो की करेगा, रिजर्व बैंक आधे को रख लेगा भी ये तो हो गए साडे, यानी तेरे को 100 आए सी 3 ਤਾਂ ਸਾਡੇ ਨੇ, ਹੁਣ 97 ਰੁਪਏ ਤੇਰੇ ਹੈ। ਹੁਣ ਅਗਰ ਸੋਚੋ ਵੀ ਇੱਕ ਬੈਂਕ ਨੇ ਕਰਜ਼ਾ ਦੇਣਾ ਹੈ, ਉਹਦੇ ਕੋਲ 100 ਰੁਪਏ ਹੈ, 3 ਰੁਪਏ ਕੌਣ ਲੈ ਗਿਆ, ਰਿਜ਼ਰਵ ਬੈਂਕ ਲੈ ਗਿਆ। इस फॉर्म ਦੇ ਵਿੱਚ ਨਕਦ ਨਿਧੀ ਅਨੁਪਾਤ ਦੇ ਤੌਰ ਤੇ, यानी बैंक को बचे रुपये 97। यानी अगर बैंक कर्जा देना चाहता है तो ਵੱਧ ਤੋਂ ਵੱਧ ਉਹ 97 ਰੁਪਏ ਦਾ ਕਰਜ਼ਾ ਦੇ ਸਕਦਾ ਹੈ, ਕਿਉਂਕਿ ਇਸ ਤੋਂ ਵੱਧ ਤਾਂ ਉਹਦੇ ਕੋਲ ਹੈ ਹੀ ਨਹੀਂ। ਠੀਕ ਹੈ, ਹੁਣ ਮੰਨ ਲਓ ਕਿ ਅਰਥ ਵਿਵਸਥਾ ਦੇ ਵਿੱਚ ਚੱਲ ਰਹੀ ਹੈ ਤੇਜ਼ੀ, यानी ਹੁਣ ਆਪਾਂ ਯੂਜ਼ ਕਰ ਰਹੇ ਹਾਂ ਵੀ ਆਪਾਂ ਨਗਦ ਨਿਧੀ ਅਨੁਪਾਤ ਨੂੰ ਘੱਟ ਮੰਗ ਤੇ ਵੱਧ ਮੰਗ ਦੀ ਜਿਹੜੀ ਸਮੱਸਿਆ ਹੈ ਉਹਨੂੰ ਹੱਲ ਕਰਨ ਵਾਸਤੇ ਕਿਵੇਂ ਵਰਤ ਸਕਦੇ ਹਾਂ। ਮੰਨ ਲਓ ਅਰਥ ਵਿਵਸਥਾ ਦੇ ਵਿੱਚ ਮੰਗ ਜਿਹੜੀ ਹੈ ਉਹ ਜ਼ਿਆਦਾ ਹੈ, ਠੀਕ ਹੈ, ਮੰਗ ਬਹੁਤ ਹੈ, यानी बैंक ਚਾਹੁੰਦਾ ਹੈ, ਕੇਂਦਰੀ ਬੈਂਕ ਚਾਹੁੰਦਾ ਹੈ ਕਿ ਮੰਗ ਪਹਿਲਾਂ ਹੀ ਬਹੁਤ ਜ਼ਿਆਦਾ ਹੈ, ਆਪਾਂ ਲੋਕਾਂ ਨੂੰ ਹੋਰ ਪੈਸਾ ਨਹੀਂ ਦੇਣਾ। मतलब ਜਿਹੜਾ ਕੇਂਦਰੀ ਬੈਂਕ ਹੈ ਉਹ ਇਹ ਚਾਹੁੰਦਾ ਹੈ ਵੀ ਜਿਹੜੇ ਬੈਂਕ ਨੇ ਉਹ ਲੋਕਾਂ ਨੂੰ ਕਰਜ਼ਾ ਘੱਟ ਦੇਣ ਤਾਂ ਕਿ ਲੋਕਾਂ ਕੋਲ ਪੈਸਾ ਘੱਟ ਹੋਵੇ, ਲੋਕੀ ਮੰਗ ਘੱਟ ਕਰਨ ਤਾਂ ਉਹਦੇ ਨਾਲ ਵੱਧ ਮੰਗ ਦੀ ਸਮੱਸਿਆ ਹੱਲ ਹੋ ਜਾਵੇ। ਠੀਕ, ਰਿਪੀਟ ਕਰਦਾ, ਮੰਗ ਚੱਲ ਰਹੀ ਹੈ ਜ਼ਿਆਦਾ, ਰਿਜ਼ਰਵ ਬੈਂਕ ਚਾਹੁੰਦਾ ਹੈ ਮੰਗ ਪਹਿਲਾਂ ਹੀ ਬਹੁਤ ਜ਼ਿਆਦਾ ਹੈ, ਆਪਾਂ ਲੋਕਾਂ ਨੂੰ ਪੈਸਾ ਨਹੀਂ ਦੇਣਾ, ਆਪਾਂ ਉਹਨਾਂ ਨੂੰ ਲੋਨ ਨਹੀਂ ਦੇਣੇ, ਘੱਟ ਦੇ ਦੇਣੇ ਤਾਂ ਕਿ ਉਹਨਾਂ ਕੋਲ ਘੱਟ ਪੈਸਾ ਪਹੁੰਚੇ, ਉਹ ਮੰਗ ਘੱਟ ਕਰਨ ਤੇ ਵੱਧ ਮੰਗ ਦੀ ਸਮੱਸਿਆ ਹੱਲ ਹੋ ਜਾਏ। ਤਾਂ ਰਿਜ਼ਰਵ ਬੈਂਕ ਕੀ ਕਰੇਗਾ, ਜਿਹੜੀ ਇਸ ਟਾਈਮ ਤੇ 3% ਚੱਲ ਰਹੀ ਹੈ ਇਹਨੂੰ ਵਧਾ ਕੇ ਕਰ ਦੇਗਾ 10%। यानी ਹੁਣ ਅਗਰ ਇੱਕ ਬੈਂਕ ਕੋਲ 100 ਰੁਪਏ ਆਏ ਤਾਂ ਰਿਜ਼ਰਵ ਬੈਂਕ ਕਹਿੰਦਾ ਹੈ ਵੀ ਤੇਰਾ ਨਕਦ ਨਿਧੀ ਅਨੁਪਾਤ ਜਿਹੜਾ 10% ਹੈ, यानी 100 ਰੁਪਏ ਦੇ ਵਿੱਚੋਂ 10 ਰੁਪਏ ਤਾਂ ਮੈਨੂੰ ਦੇ ਦੇ, यानी बैंक को कितने बचे 90 रुपए। यानी हुन अगर एक बैंक कर्जा देवेगा तो ਵੱਧ ਤੋਂ ਵੱਧ ਕਿੰਨਾ ਦੇਵੇਗਾ, 90 ਰੁਪਏ ਦਾ। ਪਹਿਲਾਂ ਕਿੰਨਾ ਦੇ ਰਿਹਾ ਸੀ 97 ਰੁਪਏ ਦਾ, ਹੁਣ ਕਿੰਨਾ ਦੇਗਾ 90 ਰੁਪਏ ਦਾ। ਕਰਜ਼ੇ ਪਹਿਲਾਂ ਨਾਲੋਂ ਘੱਟ ਦਿੱਤੇ ਜਾ ਰਹੇ ਨੇ, ਲੋਕਾਂ ਕੋਲ ਪੈਸਾ ਘੱਟ ਪਹੁੰਚੇਗਾ, ਲੋਕੀ ਘੱਟ ਮੰਗ ਕਰਨਗੇ, ਵੱਧ ਮੰਗ ਦੀ ਸਮੱਸਿਆ ਹੱਲ ਹੋ ਜਾਣੀ। ਉਲਟਾ ਜੇ ਚੱਲ ਰਹੀ ਹੈ ਮੰਗ ਘੱਟ, ਹੁਣ ਕੇਂਦਰੀ ਬੈਂਕ ਚਾਹੁੰਦਾ ਹੈ ਵੀ ਆਪਾਂ ਲੋਕਾਂ ਨੂੰ ਕਰਜ਼ੇ ਜ਼ਿਆਦਾ ਦੇਣੇ ਨੇ ਤਾਂ ਕਿ ਲੋਕੀ ਪੈਸਾ ਜ਼ਿਆਦਾ ਲੈਣ, ਲੋਕੀ ਪੈਸੇ ਦੀ ਮੰਗ ਕਰਨ, ਉਹਦੇ ਨਾਲ ਜਾ ਕੇ ਚੀਜ਼ਾਂ ਖਰੀਦਣ, ਅਰਥ ਵਿਵਸਥਾ ਦੇ ਵਿੱਚ ਮੰਗ ਵਧੇ। यानी ਕੇਂਦਰੀ ਬੈਂਕ ਚਾਹੁੰਦਾ ਹੈ ਵੀ ਜਿਹੜੇ ਬੈਂਕ ਨੇ ਉਹ ਕਰਜ਼ਾ ਜ਼ਿਆਦਾ ਦੇਣ। ਹੁਣ ਬੈਂਕ ਕਹਿਣਗੇ ਅਸੀਂ ਕਰਜ਼ਾ ਜ਼ਿਆਦਾ ਕਿੱਥੋਂ ਦੇ ਲਈਏ ਜੀ, 100 ਰੁਪਏ ਆਉਂਦੇ ਨੇ 3 ਰੁਪਏ ਦੇ ਵਿੱਚੋਂ ਤੁਸੀਂ ਲੈ ਜਾਂਦੇ ਹੋ, ਸਾਡੇ ਕੋਲ ਬਚੇ 97 ਰੁਪਏ, यानी ਇਸ ਤੋਂ ਵੱਧ 97 ਰੁਪਏ ਦਾ ਕਰਜ਼ਾ ਦੇ ਸਕਦੇ ਹਾਂ। ਰਿਜ਼ਰਵ ਬੈਂਕ ਕਹਿੰਦਾ ਕੋਈ ਨਹੀਂ, ਆਪਾਂ ਆ 3% ਨੂੰ ਘਟਾ ਕੇ 1% ਕਰ ਦਿੰਦੇ ਹਾਂ। यानी ਹੁਣ ਅਗਰ ਤੇਰੇ ਕੋਲ 100 ਰੁਪਏ ਆਣ ਤੂੰ ਸਿਰਫ ਉਹਦਾ 1% ਮੈਨੂੰ ਦੇਣਾ ਹੈ, यानी 1 ਰੁਪਿਆ ਮੈਨੂੰ ਦੇਣਾ ਹੈ, ਬਾਕੀ 99 ਤੇਰੇ ਦੇ ਲੈ ਕਰਜ਼ੇ। यानी ਪਹਿਲਾਂ ਜਿਹੜਾ ਬੈਂਕ 97 ਰੁਪਏ ਦੇ ਕਰਜ਼ੇ ਦਿੰਦਾ ਪਿਆ ਸੀ, ਹੁਣ ਉਹੀ ਬੈਂਕ ਕਿੰਨੇ ਕਰਜ਼ੇ ਦੇਗਾ, 99 ਰੁਪਏ ਦੇ ਕਰਜ਼ੇ ਦੇਗਾ। ਕਰਜ਼ੇ ਪਹਿਲਾਂ ਨਾਲੋਂ ਜ਼ਿਆਦਾ ਦਿੱਤੇ ਜਾਣਗੇ, ਲੋਕਾਂ ਕੋਲ ਪੈਸਾ ਜ਼ਿਆਦਾ ਆਏਗਾ, ਲੋਕੀ ਮੰਗ ਜ਼ਿਆਦਾ ਕਰਨਗੇ, ਕੀ ਹੋਏਗਾ, ਘੱਟ ਮੰਗ ਦੀ ਸਮੱਸਿਆ ਹੱਲ ਹੋ ਜਾਏਗੀ।
यानी कहने का मतलब की होया भी जदों ता मंग जिहड़ी है घट है, घट मंग की अवस्था दे विच जिहड़ा अपना नगद निधि अनुपात है, जिहड़ा आसीआरआर है, इहनू की कीता जाएगा, घटा दिता जाएगा ते वध मंग दे विच जिहड़ा सीआरआर है उहनू की कीता जाएगा, वधा दिता जाएगा। ठीक हो गया जी, समझ लग गई। रिपीट कर देना, शुरुआत दे विच जेड़ा नगद निधि अनुपात है वो की चीज है, ये वो पैसे ने जेड़े हरेक बैंक नू आदे जेड़े भी उनदे कोल पैसे आंदे ने उनदे विचों कढ के रिजर्व बैंक कोल एज अ सिक्योरिटी रखने पैंदे ने। इस टाइम 3% चल रही है, मतलब अगर एक बैंक कोल 100 रुपए आए तो उनके 3 रुपए केंद्रीय बैंक ने ले जाने ने, यानी बैंक को बचणगे रुपए 97। यानी बैंक अगर कर्जा देना चाहे तो वक्त तो वध 97 रुपए का कर्जा दे सकता है, इस तो ज्यादा नहीं दे सकता। जे तां हुण कर्जे घट देने ने, जदों की होएगा मंग ज्यादा है, मंग वध है, कर्जे की देने ने घट देने ने, तां रिजर्व बैंक की करेगा, नगद निधि अनुपात नूं बढ़ा देगा। वो बैंकां नूं कहेगा कि पहला नालों ज्यादा पैसे मैनूं दे, यानी बैंकां दे पैसे कौन ले गया, रिजर्व बैंक ले गया। जे बैंकां दे पैसे रिजर्व बैंक ले गया तो बैंकां कोल पैसे बचणगे नहीं, वो कर्जे कित्थों देणगे, कर्जे आपे घट दिते जाणगे, लोकां कोल पैसा घट आएगा ते वध मंग दी समस्या हल हो जाएगी। यानी जेड़े 100 दे विचों 3 रुपए लेके जा रहा सी रिजर्व बैंक, हुण 100 दे विचों वो 10 रुपए लेके जाएगा। बैंक कोल पहला 97 रुपए बचदे पे सी, हुण 90 रुपए बचणगे, बचे ही घट तो कर्जे घट देगा, की होएगा, वध मंग दी समस्या हल हो जाएगी। जे मंग घट है, हुण कर्जे ज्यादा देने ने, उन्हें की कीता, इहनू 3% तो घटा के 1% करता, यानी घट मंग दी अवस्था च नगद निधि अनुपात नूं की कीता, घटाता, घटा के कितना करता, 3 तो 1, यानी हुण अगर एक केंद्रीय बैंक ने पैसे लेने ने व्यापारक बैंक को, तो कितने लेगा, हरेक 100 रुपए के पीछे 1 रुपया लेगा, बैंक को कितने बचे, 99, यानी बैंक पहला नालों कर्जे ज्यादा दे सकते ने, लोकां को पैसा ज्यादा आएगा, लोग की करनगे, ज्यादा मंग करनगे, उन्हां नाल की होएगा, घट मंग दी समस्या जिहड़ी है वो हल हो जाएगी। ਇਹ ਸੀ दूसरा तरीका ਕਿਹੜਾ, मात्रात्मक उपकरण ਦਾ, ਕਿਹੜਾ, नगद निधि अनुपात। तीसरा तरीका ਜਿਹੜਾ ਹੁੰਦਾ ਹੈ ਉਹ ਹੁੰਦਾ ਹੈ, ਉਹਨੂੰ ਆਪਾਂ ਕਹਿੰਦੇ ਆ तरलता अनुपात। तरलता अनुपात ਨੂੰ ਆਪਾਂ ਇੰਗਲਿਸ਼ ਕਹਿੰਦੇ ਆ ਸਟੈਚੂਰੀ ਲਿਕੁਇਡਿਟੀ ਰੇਸ਼ੋ, ਯਾਨੀ ਉਹਨੂੰ ਆਪਾਂ ਕਹਿੰਦੇ ਆ SLR। ਠੀਕ ਹੈ, ਨਗਦ ਨਿਧੀ अनुपात ਕੀ ਸੀ, CRR, ਤੇ ਆ ਕੀ ਸੀ, ਬੈਂਕ ਦਰ। ਆਮ ਤੌਰ ਤੇ ਨਾ ਆਪਾਂ ਨਗਦ ਨਿਧੀ अनुपात ਤੇ ਤਰਲਤਾ अनुपात ਵਿੱਚ ਕਨਫਿਊਜ਼ ਹੋ ਜਾਂਦੇ ਆ, ਵੀ ਲੋਕਾਂ ਨੂੰ ਲੱਗਦਾ ਸੇਮ ਹੀ, ਪਰ ਬਹੁਤ ਫਰਕ ਹੈ। CRR ਤੇ SLR दो अलग अलग चीज़ां ने। CRR किसी हुण याद करो, मैं हुणे दस्या भी एक बैंक कोल जिन्ने पैसे आए उनका कितना प्रतिशत हिस्सा उन्होंने केंद्रीय बैंक के कोल रखना पड़ेगा। अगर मैं इंडिया की गल करा तो एक बैंक कोल जिन्ने पैसे आएंगे उनका कितना प्रतिशत हिस्सा उन्होंने भारतीय रिजर्व बैंक को रखना पड़ेगा, वो सी CRR। पर एक हिस्सा हरेक बैंक नूं आपदे कोल भी रखना पैंदा है, ता SLR यानी कि तरलता अनुपात वो पैसे ने जेड़े हरेक बैंक नूं आपदे कोल रखने पैणगे, ये वो पैसे ने जो वो किसी नूं दे नहीं सकता। अगर मैं बड़ी सिंपल एग्जांपल लवा ता इस टाइम ते जेड़ी SLR है वो चल रही है 18%, आ कितनी चल रही सी 3%, आ है 18%। मतलब अगर एक बैंक दे कोल 100 रुपये आए तो 100 रुपए दे विचों 18 रुपये ओनू आपदे कोल रखने पैणगे, ओ किसी नूं दे नहीं सकदा। हुण आदे कोल क्यों रखने पैणगे ते किवें रखने पैणगे, आदे कोल रखने पैणगे 3 तरीकिਆਂ दे नाल। पहला, चाहे तां नगद रखे, नंबर 2 चाहे सोने च रखे, नंबर 3 चाहे वो गवर्नमेंट सिक्योरिटीज दे विच रखे, सरकारी प्रतिभूतियां दे विच रखे। यानी जेड़ा SLR है वो कितने तरीके नाल रखा जाता है, एक नगद, एक सोने दे रूप विच, एक सरकारी प्रतिभूतियां दे रूप विच। हुण
क्वेश्चन उठा भी ये सरकारी प्रतिभूतियां की होंदियां ने। सरकारी प्रतिभूतियां यानी गवर्नमेंट दियां सिक्योरिटीज ने, मतलब जी भारत सरकार है या रिजर्व बैंक ऑफ इंडिया है वो की करता है आदियां सिक्योरिटीज जारी करते हैं। सिक्योरिटी करता है सुरक्षा। केंद्रीय बैंक आदि सिक्योरिटी जारी करेगा, बैंकों को कहेगा भी आ लो जी आ मेरी सिक्योरिटी है आ खरीदो। सिक्योरिटी के बड़ी सिंपल एग्जांपल लेते हैं। एक ना डाक खाने तो एक चीज मिलती है जिन्हों हम कहते हैं एनएससी। ये अपने वास्ते सिक्योरिटी जारी होती है अपने वास्ते, ठीक है। मैं अपनी एग्जांपल ले रहा है एनी जिवें अपने वास्ते जारी होती है और बैंकों वास्ते भी जारी होती है। मैं सिर्फ एनएससी समझाना एनएससी की चीज है। एनएससी नो आप कहते हैं नेशनल सेविंग सर्टिफिकेट। इतो अपन सरकारी प्रतिभूतियां का मीनिंग क्लियर हो जाएगा। नेशनल सेविंग सर्टिफिकेट या एनएससी जिन्हों आप कहते हैं राष्ट्रीय, नेशनल मतलब राष्ट्रीय, सेविंग मतलब बचत, सर्टिफिकेट मतलब प्रमाण पत्र। राष्ट्रीय बचत पत्र एक ही चीज ने ये मिलते हैं डाक खाने तो, ठीक है जी। पहली गल का दूसरी गल पहला होंगे सी 6 साल के, अजकल होंगे ने 5 साल के। मतलब तुसी डाकखाने जाना घट तो घट 100 रुपए दे वध तो वध जिन्ने मर्जी। मान लो मैं कहा कि मैं की किया मैं डाकखाने गया ते डाकखाने वाले ने कहा कि मैंने 40,000 रुपए दे एनएससी दे दो। ओ की करेंगे वो मेरे को 40,000 रुपए ले लेंगे, उनके बदले मैंने ना एक सर्टिफिकेट जा दे देंगे जिसके ऊपर लिखा होगा नेशनल सेविंग सर्टिफिकेट। अमाउंट लिख देंगे 40,000 रुपया। 5 साल के बाद मैंने कितने मिलणगे वो भी लिख देंगे। तकरीबन अंदाजा दे लाइए तो जिन्ने दे आप लेने हैं ना उनके तो कोई तकरीबन 60% फालतू मिलता है। मतलब अगर मैं 40,000 दे लेने तो 60% फालतू यानी कि 24,000 मिला के तो मैंने 5 साल बाद 64,000 रुपया मिलेगा। अंदाजा थोड़ा बहुत ऊपर नीचे भी हो सकता है तो ऐना मैंने मिलेगा, ठीक है। मैं की किया 40,000 रुपए देते, हुन जिन में 40,000 देते वो डाकखाने में देते। डाकखाना सरकार के अंदर आंदा यानी जो मेरे पैसे ने वो मैं दिते उनके बदले एक सर्टिफिकेट मिलिया उनके ऊपर लिखा गया भी अमित जुनेजा नु 40,000 रुपए दे एनएससी जेडे ने एनी तरीक नु दिते गए, 5 साल बाद एनी तरीक नु एने रुपए जेडे ने ओनु मिल जाते। मतलब हुन मेरा पैसा पूरे तरीके नाल सुरक्षित है, मैनू कोई टेंशन लेने की लोड़ नहीं। 5 साल बाद चुपचाप मैनू 64,000 रुपया मिल जाना है, ना घट ना वध पक्के। हुन इहो सोचो भी इहो पैसे अगर तुसी शेयर मार्केट च लाए होंदे तो शेयर मार्केट कदे ऊपर गई कदे नीचे गई तो घाटे दे भी चांस हो सकते हैं। मतलब मेरा पैसा सुरक्षित नहीं हैगा। तुसी पैसा जिहड़ा है किसी प्रॉपर्टी च लाता तो कदे प्रॉपर्टी महंगी होगी कदे प्रॉपर्टी सस्ती होगी तो पैसे डूबने के चांस भी नहीं। ਇਹਦੇ ਵਿੱਚ ਮੇਰਾ ਪੈਸਾ ਪੂਰੇ ਤਰੀਕੇ ਨਾਲ ਸੁਰੱਖਿਅਤ ਹੈ ਕਿਉਂਕਿ ਜੇ ਉੱਪਰ ਸਰਟੀਫਿਕੇਟ ਤੇ ਲਿਖਿਆ ਗਿਆ ਵੀ 5 ਸਾਲ ਬਾਅਦ 64,000 ਰੁਪਇਆ ਮਿਲੇਗਾ मतलब मिलेगा ਤਾਂ मैं कहूंगा एक ही है एक सिक्योरिटी है। कौन दे रहा है? डाकखाना दे रहा है किन्नू मैनू। समझ ਹੁਣ ਇਹਦੇ ਵਿੱਚ ਨਾ ਨਿਵੇਸ਼ ਕਰਨ ਦਾ ਬੜਾ ਫਾਇਦਾ ਹੈ। ਐਨਐਸਸੀ ਦਾ ਬਹੁਤ ਫਾਇਦਾ ਹੈ। ਕਿਵੇਂ? ਇਹਦੇ ਵਿੱਚ ਇੱਕ ਸਕੀਮ ਲਾਣੀ ਹੁੰਦੀ ਹੈ। ਤੁਸੀਂ ਸਟੂਡੈਂਟ ਆਫ ਇਕਨੋਮਿਕਸ ਹੋ ਤਾਂ ਤੁਹਾਨੂੰ ਮੈਂ ਤਰੀਕਾ ਸਮਝਾਣਾ ਵੀ ਅਗਰ ਤੁਸੀਂ ਇਹਨਾਂ 'ਚ ਪੈਸੇ ਲਾਉਂਦੇ ਹੋ ਨਾ ਤਾਂ ਤੁਹਾਨੂੰ ਫਾਇਦਾ ਕੀ ਹੋ ਸਕਦਾ ਹੈ। ਤੁਸੀਂ ਕੀ ਕਰਨਾ ਹੈ ਡਾਕਖਾਨੇ ਜਾਣਾ ਜਿੰਨੇ ਦੇ ਮਰਜ਼ੀ ਐਨਐਸਸੀ ਲੈ ਲਿਆ ਜੀ। ਸਪੋਜ਼ ਕਰੋ ਕਿ ਪਹਿਲੇ ਸਾਲ ਤੁਸੀਂ ਕੀ ਕੀਤਾ 10,000 ਰੁਪਏ ਦੇ ਐਨਐਸਸੀ ਲੈ ਲਈ। ਤੁਸੀਂ 5 ਸਾਲ ਲਗਾਤਾਰ ਐਨਐਸਸੀ ਲੈ ਲੈਣੇ 5 ਸਾਲ ਲਗਾਤਾਰ ਵਿੱਚ ਬ੍ਰੇਕ ਨਹੀਂ ਮਾਰਨੀ। ਕੀ ਕੀਤਾ ਮੰਨ ਲਓ 10,000 ਦੇ ਬਦਲੇ ਉਹ ਕਹਿੰਦੇ ਨੇ ਜੀ 5 ਸਾਲ ਬਾਅਦ ਤੁਹਾਨੂੰ 16,000 ਰੁਪਏ ਦੇਵਾਂਗੇ। ਤੁਸੀਂ ਕੀ ਕੀਤਾ ਦੂਜੇ ਸਾਲ ਦੇ ਵਿੱਚ 10,000 ਦਾ ਐਨਐਸਸੀ ਹੋਰ ਲੈ ਲਈ। ਹੁਣ ਉਹ ਵੀ ਤੁਹਾਨੂੰ 5 ਸਾਲ ਬਾਅਦ 16,000 ਰੁਪਏ ਮਿਲਣਾ ਹੈ। ਇਹ 16,000 ਰੁਪਏ ਅੰਦਾਜ਼ਾ ਲਗਾ ਰਹੇ ਹਾਂ। ਤੀਜੇ ਸਾਲ ਫਿਰ ਤੁਸੀਂ 10,000 ਦਾ ਐਨਐਸਸੀ ਲੈ ਲਈ ਤਾਂ 5 ਸਾਲ ਬਾਅਦ ਤੁਹਾਨੂੰ ਇਹਦਾ 16,000 ਮਿਲਣਾ ਹੈ। ਚੌਥੇ ਸਾਲ ਫਿਰ ਤੁਸੀਂ 10,000 ਦਾ ਐਨਐਸਸੀ ਲੈ ਲਈ फिर 5 साल बाद ਤੁਹਾਨੂੰ ਇਹਦਾ 16,000 ਮਿਲਣਾ ਹੈ। ਪੰਜਵੇਂ ਸਾਲ ਫਿਰ 10,000 ਦੇ ਐਨਐਸਸੀ ਲੈ ਲਈ 5 ਸਾਲ ਬਾਅਦ ਇਹਦਾ ਵੀ 16,000 ਮਿਲਣਾ ਹੈ। ਤੁਸੀਂ ਸਿਰਫ 5 ਸਾਲ ਲਗਾਤਾਰ
ਸਾਰੀ ਜ਼ਿੰਦਗੀ ਤੁਹਾਨੂੰ ਐਨਐਸਸੀ ਦੇ ਵਿੱਚ ਪੈਸੇ ਲਾਉਣ ਦੀ ਲੋੜ ਨਹੀਂ ਪੈਣੀ, ਸਿਰਫ 5 ਸਾਲ ਹੀ ਲਾਣੇ ਨੇ। ਕਿਵੇਂ? ਹੁਣ ਸੋਚੋ ਜਦੋਂ 5 ਸਾਲ ਪੈਸੇ ਲਾ ਲਏ, ਜਦੋਂ ਆਇਆ 6ਵਾਂ ਸਾਲ ਤੁਹਾਨੂੰ ਆ ਪਹਿਲੇ ਸਾਲ ਵਾਲੇ ਪੈਸੇ ਮਿਲ ਜਾਣਗੇ, ਕਿਉਂਕਿ ਇਹਨੇ 5 ਸਾਲ ਬਾਅਦ ਮਿਲਨੇ ਨੇ। यानी 6वें साल ਦੇ ਵਿੱਚ ਤੁਹਾਨੂੰ ਆ ਵਾਲੇ 16000 ਰੁਪਏ ਮਿਲ ਜਾਣਾ ਹੈ। ਜਿੰਨਾ ਮਿਲੇ ਉਹਨੇ ਦੇ ਹੋਰ ਖਰੀਦ ਲਓ। 7वें साल ਕੀ ਹੋਏਗਾ? ਆ ਦੂਜੇ ਸਾਲ ਵਾਲੇ ਪੈਸੇ ਮਿਲ ਜਾਣਗੇ। 8वें साल ਕੀ ਹੋਏਗਾ? ਤੀਜੇ ਸਾਲ ਵਾਲੇ ਪੈਸੇ ਮਿਲ ਜਾਣਗੇ। 9वें साल ਕੀ ਹੋਏਗਾ? ਚੌਥੇ ਸਾਲ ਵਾਲੇ ਪੈਸੇ ਮਿਲ ਜਾਣਗੇ। 10वें साल ਕੀ ਹੋਏਗਾ? ਆ 5ਵੇਂ ਸਾਲ ਵਾਲੇ ਪੈਸੇ ਮਿਲ ਜਾਣਗੇ। 11वें साल ਕੀ ਹੋਏਗਾ? ਆ 6ਵੇਂ ਸਾਲ ਵਾਲੇ ਪੈਸੇ ਮਿਲ ਜਾਣਗੇ। 12वें साल ਕੀ ਹੋਏਗਾ? 7वें साल वाले पैसे मिल जाएंगे। मतलब ਤੁਹਾਡਾ ਸਰਕਲ ਆਪਣੇ ਆਪ ਚੱਲਣਾ ਸ਼ੁਰੂ ਹੋ ਜਾਏਗਾ। ਸਿਰਫ 5 ਸਾਲ ਪੈਸੇ ਲਾਓ, ਉਸ ਦਾ ਪੈਸੇ ਲਾਉਣ ਦੀ ਲੋੜ ਹੈ। ਤਾਂ ਇਕਨੋਮਿਕਸ ਦਾ ਸਟੂਡੈਂਟ ਹੋਣ ਦੇ ਨਾਤੇ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਪਤਾ ਹੋਣੀਆਂ ਚਾਹੀਦੀਆਂ। ਤਾਂ ਜਿਵੇਂ ਮੇਰੇ ਵਾਸਤੇ ਇੱਕ ਸਿਕਿਉਰਿਟੀ, ਇੱਕ ਸੁਰੱਖਿਅਤ ਚੀਜ਼ ਜਾਰੀ ਕੀਤੀ ਗਈ, ਉਵੇਂ ਹੀ ਜਿਹੜਾ ਰਿਜ਼ਰਵ ਬੈਂਕ ਹੈ ਉਹ ਕੀ ਕਰਦਾ ਹੈ? ਬੈਂਕਾਂ ਵਾਸਤੇ ਵੀ ਆਦੀਆਂ ਪ੍ਰਤੀਭੂਤੀਆਂ, ਆਦੀਆਂ ਸਿਕਿਉਰਿਟੀਜ਼ ਜਾਰੀ ਕਰਦਾ ਹੈ। ਹੁਣ ਇਹ ਸਿਕਿਉਰਿਟੀਜ਼ ਜਿਹੜੀਆਂ ਨੇ ਇਹ ਕਈ ਤਰੀਕੇ ਦੀਆਂ ਹੁੰਦੀਆਂ ਨੇ, ਜਿਵੇਂ ਇਹਦੇ ਚ ਆਪਾਂ ਸਰਕਾਰੀ ਬੌਂਡਸ ਲੈ ਸਕਦੇ ਆ, ਇਹਦੇ ਚ ਆਪਾਂ ਸਰਕਾਰੀ ਖਜ਼ਾਨਾ ਪੱਤਰ ਹੁੰਦੇ ਨੇ ਉਹ ਆਪਾਂ ਲੈ ਸਕਦੇ ਹਾਂ। ਸਰਕਾਰੀ ਖਜ਼ਾਨਾ ਪੱਤਰ ਕਈ ਟਾਈਮ ਦੇ ਹੁੰਦੇ ਨੇ, ਜਿਵੇਂ 91 ਦਿਨ ਦਾ ਹੁੰਦਾ ਹੈ, 181 ਦਿਨ ਦਾ ਹੁੰਦਾ ਹੈ, 361 ਦਿਨ ਦਾ ਹੁੰਦਾ ਹੈ। ਬੌਂਡਸ ਹੁੰਦੇ ਨੇ, ਇਹ ਸਰਕਾਰੀ ਪ੍ਰਤੀਭੂਤੀਆਂ ਨੇ। ਇਹ ਜਦੋਂ ਵੱਡੀਆਂ ਕਲਾਸਾਂ ਜਾਓਗੇ ਤੁਹਾਨੂੰ ਆਪਣੇ ਆਪ ਸਮਝ ਆਏਗਾ ਵੀ ਖਜ਼ਾਨਾ ਪੱਤਰ ਕੀ ਨੇ, ਬੌਂਡਸ ਕੀ ਨੇ, ਸ਼ੇਅਰ ਤੇ ਬੌਂਡਸ ਕੀ ਫਰਕ ਹੁੰਦਾ ਹੈ, ਇਹ ਤੁਹਾਨੂੰ ਵੱਡੀਆਂ ਕਲਾਸਾਂ ਸਮਝ ਆਏਗਾ। ਤਾਂ ਹਰੇਕ ਬੈਂਕ ਵਾਸਤੇ ਇਹ ਜ਼ਰੂਰੀ ਹੈ ਵੀ ਜਿੰਨਾ ਪੈਸਾ ਉਹਦੇ ਕੋਲ ਆਇਆ ਉਹਨੇ ਕੀ ਕਰਨਾ ਹੈ? ਉਹਦਾ 18% ਅੱਜ ਦੀ ਤਰੀਕ ਦੀ ਗੱਲ ਕਰ ਰਿਹਾ ਆਦੇ ਕੋਲ ਰੱਖਣਾ ਹੈ। ਕਿੰਦੇ ਵਿੱਚ? ਭਾਵੇਂ ਤਾਂ ਨਗਦ ਰੱਖੇ, ਭਾਵੇਂ ਸੋਨੇ 'ਚ ਰੱਖੇ, ਭਾਵੇਂ ਸਰਕਾਰ ਤੋਂ ਪ੍ਰਤੀਭੂਤੀਆਂ ਖਰੀਦ ਕੇ ਰੱਖੇ, ਜੇ ਮਰਜ਼ੀ ਰੱਖੇ, 18 ਆਦੇ ਕੋਲ ਰੱਖਣਾ ਹੈ। ਠੀਕ ਹੈ? ਹੁਣ ਕਿਉਂ ਰੱਖਣਾ? ਕੱਲ ਨੂੰ ਮੰਨ ਲਓ ਮੈਂ ਬੈਂਕ 'ਚ ਪੈਸੇ ਜਮ੍ਹਾਂ ਕਰਾਏ ਹੋਏ ਨੇ, ਮੰਨ ਲਓ ਮੈਂ ਬੈਂਕ 'ਚ ਜਾ ਕੇ 10,000 ਜਮ੍ਹਾਂ ਕਰਾਇਆ, ਬੈਂਕ ਨੂੰ ਪਤਾ ਹੈ ਵੀ ਅੱਜ ਅਮਿਤ ਜੁਨੇਜਾ ਆ ਕੇ 10,000 ਰੁਪਏ ਜਮ੍ਹਾਂ ਕਰਾ ਕੇ ਗਿਆ, ਕੱਲ ਨੂੰ ਇਹਨੂੰ 10,000 ਤੇ ਵਿਆਜ ਦੇਣੀ ਹੈ। ਜੇ ਮੰਨ ਲਓ ਬੈਂਕ ਕੀ ਕਰੇ, ਉਹ 10,000 ਤੇ 10,000 ਅਗਲੇ ਬੰਦੇ ਨੂੰ ਕਰਜ਼ਾ ਫੜਾ ਦੇਵੇ। ਠੀਕ ਹੈ? ਮੈਂ ਕੱਲ ਨੂੰ ਪੈਸੇ ਵਾਪਸ ਲੈਣ ਪਹੁੰਚ ਜਾਵਾਂ, ਬੈਂਕ ਕੀ ਗੱਲ ਹੈ ਵੀ ਤੇਰੇ ਪੈਸੇ ਤਾਂ ਅਸੀਂ ਵੀ ਕਰਜ਼ਾ ਫੜਾਤਾ, ਸਾਡੇ ਕੋਲ ਤਾਂ ਹੈ ਨਹੀਂ। ਮੈਂ ਕਹਾਂਗਾ ਮੇਰੇ ਤਾਂ ਪੈਸੇ ਦਿਓ, ਮੈਨੂੰ ਤਾਂ ਲੋੜ ਹੈ। ਤਾਂ ਹਰੇਕ ਬੈਂਕ ਵਾਸਤੇ ਇਹ ਜ਼ਰੂਰੀ ਹੈ ਵੀ ਜਿੰਨੇ ਪੈਸੇ ਉਹਦੇ ਕੋਲ ਆਉਂਦੇ ਨੇ ਉਹਦਾ ਕੁਝ ਪ੍ਰਤੀਸ਼ਤ ਹਿੱਸਾ ਉਹ ਆਦੇ ਕੋਲ ਰੱਖੇ। ਉਹ ਦੇ ਨਹੀਂ ਸਕਦਾ ਕਿਸੇ ਨੂੰ, ਤਾਂ ਕਿ ਜਿੰਨੇ ਜਮ੍ਹਾਂ ਕਰਾਏ ਨੇ ਕੱਲ ਨੂੰ ਲੈਣਾ ਜਾਵੇ ਉਹਨੂੰ ਦਿੱਤਾ ਜਾ ਸਕੇ। ਤਾਂ ਇਹ 18% ਉਹਨੇ ਆਦੇ ਕੋਲ ਰੱਖਣਾ ਹੈ। ਯਾਨੀ ਹੁਣ ਸਪੋਜ਼ ਕਰੋ ਅਗਰ ਇੱਕ ਬੈਂਕ ਦੇ ਕੋਲ 100 ਰੁਪਏ ਆ, ਉਹ 100 ਰੁਪਏ ਦੇ ਵਿੱਚੋਂ 18 ਰੁਪਏ ਤਾਂ ਬੈਂਕ ਨੇ ਆਦੇ ਕੋਲ ਰੱਖਣੇ ਨੇ, ਕਿਉਂਕਿ ਰਿਜ਼ਰਵ ਬੈਂਕ ਨੇ ਕਿਹਾ ਐਸਐਲਆਰ 18% ਹੈਗੀ ਹੈ, 18 ਰੁਪਏ ਦਾ ਚੁੱਪਚਾਪ ਆਦੇ ਕੋਲ ਰੱਖਣਾ ਹੈ, ਇਹ ਕਿਸੇ ਨਹੀਂ ਦੇਣੇ। यानी बैंक को कितने बचे? 82 रुपए। यानी अगर बैंक लोन देना चाहे तो वध तो वध 82 रुपए का लोन दे सकता है, इस तो वध नहीं दे सकता। ये अपनी शुरुआती हालात ने। मान लो कि हुन की चलता पे है, चलती पई है वध मांग, यानी मांग पहले ही बहुत ज्यादा है। रिजर्व बैंक को लगता है मांग बहुत है, लोगों को कर्जे घट देने ने। इस टाइम जिहड़ा बैंक है वो 100 रुपए उनके कोल आंदे ने, ਅਸੀਂ ਇਹਨੂੰ 18% ਕਿਹਾ ਵੀ 100 ਦੇ ਵਿੱਚੋਂ 18 ਤੁਹਾਡੇ ਕੋਲ ਰੱਖਣੇ ਨੇ, 82 ਦੇ ਕਰਜ਼ੇ ਤੂੰ ਦੇਣੇ। ਪਰ ਇਹ ਕਰਜ਼ੇ ਬਹੁਤ ਜ਼ਿਆਦਾ ਨੇ, ਮੰਗ ਬਹੁਤ ਜ਼ਿਆਦਾ ਹੈ, ਅਸੀਂ ਮੰਗ ਘਟਾਣੀ। ਉਹ ਕੀ ਕਰੇਗਾ, ਇਹਨੂੰ 18 ਤੋਂ ਵਧਾ ਕੇ ਮੰਨ ਲਓ ਕਰ ਦੇਵੇ 25%। यानी ਹੁਣ ਬੈਂਕ ਨੂੰ ਕਿਹਾ ਜਾਏਗਾ ਵੀ ਅਗਰ ਤੇਰੇ ਕੋਲ ਰੁਪਈਆ ਹੈ 100 ਤਾਂ ਵਿੱਚੋਂ ਤੂੰ 25 ਰੁਪਏ ਆਦੇ ਕੋਲ ਰੱਖਣੇ ਨੇ, ਯਾਨੀ ਤੇਰੇ ਕੋਲ ਕਿੰਨੇ ਬਚੇ? 75। यानी ਹੁਣ ਅਗਰ ਬੈਂਕ ਲੋਨ ਦੇਣਾ ਚਾਵੇ ਤਾਂ ਵੱਧ ਤੋਂ ਵੱਧ 75 ਰੁਪਏ ਦੇ ਲੋਨ ਦੇ ਸਕਦਾ ਹੈ, ਇਸ ਤੋਂ ਵੱਧ ਨਹੀਂ ਦੇ ਸਕਦਾ। ਯਾਨੀ ਪਹਿਲਾ ਲੋਨ ਕਿੰਨੇ ਦਿੰਦਾ ਪਿਆ ਸੀ? 82 ਰੁਪਏ ਦੇ, ਹੁਣ ਕਿੰਨੇ ਦਿੰਦਾ ਪਿਆ? 75 ਰੁਪਏ ਦੇ। ਲੋਨ ਪਹਿਲਾਂ ਨਾਲੋਂ ਘੱਟ ਦਿੱਤੇ ਜਾ ਰਹੇ ਨੇ, मतलब ਕੀ ਹੋਏਗਾ, ਲੋਨ ਘੱਟ ਦਿੱਤੇ ਜਾਣਗੇ, ਲੋਕਾਂ ਕੋਲ ਪੈਸਾ ਘੱਟ ਜਾਏਗਾ, ਪੈਸਾ ਘੱਟ ਜਾਏਗਾ, ਲੋਕੀ ਮੰਗ ਘੱਟ ਕਰਨਗੇ, ਤਾਂ ਵੱਧ ਮੰਗ ਦੀ ਸਮੱਸਿਆ हल हो जानी है। उल्टा अगर सपोज करो कि मांग घट है, ठीक है, अगर घट मांग है, हुन
ਮੰਗ ਘੱਟ ਹੈ ਅਰਥ ਵਿਵਸਥਾ ਦੇ ਵਿੱਚ, ਕੇਂਦਰੀ ਬੈਂਕ ਚਾਹੁੰਦਾ ਹੈ ਵੀ ਜਿਹੜੇ ਬੈਂਕ ਨੇ ਉਹ ਕਰਜ਼ਾ ਜ਼ਿਆਦਾ ਦੇਣ। ਬੈਂਕ ਕਹਿੰਦੇ ਆ ਅਸੀਂ ਕਰਜ਼ਾ ਕਿੱਥੋਂ ਜ਼ਿਆਦਾ ਦੇ ਲਈਏ, 100 ਰੁਪਏ ਆਂਦੇ ਨੇ, ਤੁਸੀਂ ਆਪ ਕਿਹਾ ਵੀ 18 ਰੁਪਏ ਤੂੰ ਆਦੇ ਕੋਲ ਰੱਖਣੇ ਨੇ, ਯਾਨੀ ਅਸੀਂ ਵੱਧ ਤੋਂ ਵੱਧ 82 ਰੁਪਏ ਦਾ ਕਰਜ਼ਾ ਦੇ ਸਕਦੇ ਹਾਂ। ਤੁਸੀਂ ਕਹਿੰਦੇ ਹੋ ਜ਼ਿਆਦਾ ਕਰਜ਼ਾ ਦੇ, ਅਸੀਂ ਜ਼ਿਆਦਾ ਕਿੱਥੋਂ ਦੇ ਲਈਏ? ਜਿਹੜਾ ਰਿਜ਼ਰਵ ਬੈਂਕ ਹੈ ਉਹ ਕਹੇਗਾ ਨਹੀਂ ਕਰਦੇ ਆ, ਆਪਾਂ ਜਿਹੜਾ 18% ਹੈ ਨਾ ਇਹਨੂੰ ਆਪਾਂ ਘਟਾ ਕੇ 10% ਕਰ ਦਿੰਦੇ ਆ। ਵੀ ਹੁਣ ਅਗਰ ਤੇਰੇ ਕੋਲ 100 ਰੁਪਏ ਆਣ, ਤੂੰ ਕੀ ਕਰਨਾ ਹੈ, ਸਿਰਫ 10 ਰੁਪਏ ਆਦੇ ਕੋਲ ਰੱਖਣੇ ਨੇ, ਠੀਕ ਹੈ, ਯਾਨੀ ਤੂੰ ਲੋਨ ਦੇ ਰਿਹਾ 90 ਰੁਪਏ ਦੇ, ਯਾਨੀ ਜਿਹੜੇ ਪਹਿਲਾਂ ਲੋਨ 82 ਰੁਪਏ ਦੇ ਦਿੱਤੇ ਜਾ ਰਹੇ ਸੀ, ਹੁਣ ਉਹੀ ਲੋਨ ਜਿਹੜੇ ਨੇ ਉਹ 90 ਰੁਪਏ ਦੇ ਦਿੱਤੇ ਜਾ ਰਹੇ ਨੇ, ਯਾਨੀ ਲੋਨ ਪਹਿਲਾਂ ਨਾਲੋਂ ਜ਼ਿਆਦਾ ਦਿੱਤੇ ਜਾ ਰਹੇ ਨੇ। ਕੀ ਹੋਏਗਾ, ਲੋਨ ਜ਼ਿਆਦਾ ਦਿੱਤੇ ਜਾਣਗੇ, ਕੀ ਹੋਏਗਾ, ਲੋਕਾਂ ਕੋਲ ਪੈਸਾ ਜ਼ਿਆਦਾ ਆਏਗਾ, ਲੋਕੀ ਕੀ ਕਰਨਗੇ, ਉਹ ਪੈਸੇ ਦੀ ਮੰਗ ਕਰਨਗੇ, ਕੀ ਹੋਏਗਾ, ਘੱਟ ਮੰਗ ਦੀ ਸਮੱਸਿਆ ਹੱਲ ਹੋ ਜਾਣੀ ਹੈ। यानी हुण तरलता अनुपात विच बदलाव करके भी ਜਿਹੜੇ ਬੈਂਕ ਨੇ ਉਹ ਕੀ ਕਰ ਸਕਦੇ ਨੇ, ਘੱਟ ਮੰਗ ਤੇ ਵੱਧ ਮੰਗ ਦੀ ਸਮੱਸਿਆ ਨੂੰ ਹੱਲ ਕਰ ਸਕਦੇ ਨੇ। ਜਦੋਂ ਤਾਂ ਮੰਗ ਵੱਧ ਹੈ, ਕਰਜ਼ੇ ਦੇਣੇ ਨੇ ਘੱਟ, ਤਾਂ ਕੀ ਕੀਤਾ ਜਾਏਗਾ, ਜਿਹੜਾ ਤਰਲਤਾ ਅਨੁਪਾਤ ਹੈ ਉਹਨੂੰ ਵਧਾ ਦਿੱਤਾ ਜਾਏਗਾ। ਮਤਲਬ ਜਿਹੜੇ ਬੈਂਕ ਨੇ ਉਹਨਾਂ ਨੂੰ ਇਹ ਕਿਹਾ ਜਾਏਗਾ ਵੀ ਤੁਸੀਂ ਹੁਣ ਕਰਜ਼ਾ ਪਹਿਲਾਂ ਨਾਲੋਂ ਕੀ ਦੇਣਾ ਹੈ, ਘੱਟ ਦੇਣਾ ਹੈ, ਕਿਉਂਕਿ ਮੰਗ ਪਹਿਲਾਂ ਹੀ ਬਹੁਤ ਜ਼ਿਆਦਾ ਹੈ, ਆਪਾਂ ਹੋਰ ਮੰਗ ਵਧਾਉਣ ਦੀ ਹਾਲਤ 'ਚ ਨਹੀਂ ਹੈਗੇ, ਠੀਕ ਹੈ, ਮਹਿੰਗਾਈ ਬਹੁਤ ਜ਼ਿਆਦਾ ਹੈ, ਤੁਸੀਂ ਲੋਕਾਂ ਨੂੰ ਕਰਜ਼ੇ ਜ਼ਿਆਦਾ ਦਿੱਤੇ, ਲੋਕਾਂ ਕੋਲ ਪੈਸਾ ਆ ਜਾਏਗਾ, ਲੋਕੀ ਉਹ ਪੈਸੇ ਦੀ ਮੰਗ ਕਰਨਗੇ, ਮੰਗ ਹੋਰ ਵੱਧ ਜਾਏਗੀ, ਤਾਂ ਆਪਾਂ ਜਿਹੜਾ ਕਰਜ਼ੇ ਘੱਟ ਦੇਣੇ ਨੇ, ਤਾਂ ਕੀ ਕਰੋ ਭਈਆ, ਆਦੇ ਕੋਲ ਪੈਸੇ ਜ਼ਿਆਦਾ ਰੱਖੋ, मतलब आधे को ज्यादा रखो, जेड़े 18 ने ਉਹਨੂੰ ਵਧਾ ਕੇ ਕਿੰਨਾ ਕਰ ਦੇਗਾ 25, यानी ਹੁਣ ਜਿਹੜੇ 100 ਦੇ ਵਿੱਚੋਂ 18 ਆਦੇ ਕੋਲ ਰੱਖਦਾ ਸੀ, ਹੁਣ 100 ਦੇ ਵਿੱਚੋਂ 25 ਆਦੇ ਕੋਲ ਰੱਖਣੇ ਪੈਣਗੇ, यानी 18 ਨਿਕਾਲ ਕੇ 82 ਰੁਪਏ ਇੱਕ ਬੈਂਕ ਕੋਲ ਮੌਜੂਦ ਸੀ ਜਿੰਨੂੰ ਉਹ ਕਰਜ਼ੇ ਦੇ ਸਕਦਾ ਸੀ, ਹੁਣ 25 ਆਦੇ ਕੋਲ ਰੱਖੇਗਾ ਤਾਂ ਉਹਨੂੰ 75 ਰੁਪਏ ਮੌਜੂਦ ਨੇ ਜਿੰਨਾ ਦਾ ਉਹ ਕਰਜ਼ਾ ਦੇ ਸਕਦਾ ਹੈ। यानी ਇੱਕ ਬੈਂਕ ਕੋਲ ਪਹਿਲਾਂ ਦੇ ਮੁਕਾਬਲੇ ਘੱਟ ਪੈਸੇ ਮੌਜੂਦ ਨੇ, ਤਾਂ ਹੁਣ ਕੀ ਹੋਏਗਾ, ਉਹ ਕਰਜ਼ੇ ਘੱਟ ਦੇਗਾ, ਲੋਕਾਂ ਕੋਲ ਪੈਸਾ ਘੱਟ ਪਹੁੰਚੇਗਾ, ਲੋਕਾਂ ਕੋਲ ਪੈਸਾ ਘੱਟ ਆਏਗਾ ਤਾਂ ਲੋਕੀ ਮੰਗ ਘੱਟ ਕਰਨਗੇ, ਤਾਂ ਵੱਧ ਮੰਗ ਦੀ ਸਮੱਸਿਆ ਜਿਹੜੀ ਹੈ ਉਹ ਹੱਲ ਹੋ ਜਾਏਗੀ। ਉਲਟਾ ਜੇ ਮੰਗ ਘੱਟ ਹੈ, ਹੁਣ ਕੀ ਕਰਨਾ ਹੈ, ਹੁਣ ਕਹਿੰਦਾ ਹੈ ਰਿਜ਼ਰਵ ਬੈਂਕ ਭਈਆ ਮੰਗ ਬਹੁਤ ਘੱਟ ਹੈ, ਅਰਥਵਿਵਸਥਾ ਦੇ ਹਾਲਾਤ ਮਾੜੇ ਚੱਲਦੇ ਪਏ ਨੇ, ਮੰਦੀ ਚੱਲਦੀ ਪਈ ਹੈ, ਆਪਾਂ ਲੋਕਾਂ ਨੂੰ ਪੈਸਾ ਦੇਣਾ ਹੈ ਤਾਂ ਕਿ ਲੋਕੀ ਮੰਗ ਕਰਨ, ਤਾਂ ਕੀ ਕਰੋ, ਆਦੇ ਕੋਲ ਪੈਸੇ ਘੱਟ ਰੱਖੋ ਤੇ ਲੋਕਾਂ ਨੂੰ ਪੈਸਾ ਜ਼ਿਆਦਾ ਦਿਓ। यानी ਜਿਹੜੇ ਤੁਸੀਂ 100 ਦੇ ਵਿੱਚੋਂ 18 ਆਦੇ ਕੋਲ ਰੱਖਦੇ ਪਏ ਸੀ, ਹੁਣ 100 ਦੇ ਵਿੱਚੋਂ 10 ਹੀ ਆਦੇ ਕੋਲ ਰੱਖੋ, ਬਾਕੀ ਲੋਕਾਂ ਨੂੰ ਕਰਜ਼ੇ ਦੇ ਦਿਓ। यानी ਬੈਂਕ ਕਹਿੰਦਾ ਹੈ ਪਹਿਲਾਂ 18 ਰੱਖ ਕੇ 82 ਆਦੇ ਕੋਲ ਬਚਦੇ ਸੀ, ਹੁਣ 10 ਆਦੇ ਕੋਲ ਰੱਖ ਕੇ 90 ਆਦੇ ਕੋਲ ਬਚਦੇ ਨੇ, ਤਾਂ ਜ਼ਿਆਦਾ ਬਚ ਗਏ। ਕੀ ਕਰਾਂਗੇ, ਅੱਗੇ 82 ਦਾ ਕਰਜ਼ਾ ਦਿੰਦੇ ਪਏ ਸੀ, ਹੁਣ 90 ਦਾ ਕਰਜ਼ਾ ਦੇਵਾਂਗੇ, ਕਰਜ਼ੇ ਪਹਿਲਾਂ ਨਾਲੋਂ ਜ਼ਿਆਦਾ ਦਿੱਤੇ ਜਾਣਗੇ, ਲੋਕਾਂ ਕੋਲ ਪੈਸਾ ਜ਼ਿਆਦਾ ਆਏਗਾ, ਕੀ ਹੋਏਗਾ, ਲੋਕ ਉਸ ਪੈਸੇ ਨਾਲ ਮੰਗ ਕਰਨਗੇ, ਤਾਂ ਘੱਟ ਮੰਗ ਦੀ ਸਮੱਸਿਆ ਹੱਲ ਹੋ ਜਾਏਗੀ। ਹੁਣ ਦੋ ਮੇਨ ਚੀਜ਼ਾਂ ਸਮਝ ਲਓ ਕਿ ਨਗਦ ਨਿਧੀ ਅਨੁਪਾਤ ਤੇ ਤਰਲਤਾ ਅਨੁਪਾਤ ਵਿੱਚ ਕੀ ਫਰਕ ਹੈ। ਨਗਦ ਨਿਧੀ ਅਨੁਪਾਤ ਉਹ ਪੈਸੇ ਨੇ ਜਿਹੜੇ ਇੱਕ ਬੈਂਕ ਨੂੰ ਰਿਜ਼ਰਵ ਬੈਂਕ ਕੋਲ ਰੱਖਣੇ ਪੈਂਦੇ ਨੇ, ਤਰਲਤਾ ਅਨੁਪਾਤ ਉਹ ਪੈਸੇ ਨੇ ਜਿਹੜੇ ਇੱਕ ਬੈਂਕ ਨੂੰ ਆਪਦੇ ਕੋਲ ਰੱਖਣੇ ਪੈਂਦੇ ਨੇ। ਦੋਨੋਂ ਚੀਜ਼ਾਂ ਜਿਹੜੀਆਂ ਨੇ ਉਹ ਡਿਫਰੈਂਟ ਨੇ, ਇਹਨਾਂ ਦੋਨਾਂ ਚ ਕਨਫਿਊਜ਼ ਜਿਹੜਾ ਉਹ ਨਹੀਂ ਹੋਣਾ, ਠੀਕ ਹੈ ਜੀ। ਇਹ ਕਹਿੰਦਾ ਲਾਸਟ ਜਿਹੜਾ ਮਾਤਰਾਤਮਕ ਉਪਕਰਨ ਹੈ ਉਹ ਹੋਰ ਵੀ ਹੈ, ਜੋ ਹੈ ਖੁੱਲੇ ਬਾਜ਼ਾਰ ਦੀਆਂ क्रियावां, ठीक है। ਤਾਂ ਜਿਹੜਾ ਇਹ ਖੁੱਲੇ ਬਾਜ਼ਾਰ ਦੀਆਂ ਕਿਰਿਆਵਾਂ ਹੈ ਇਹਨੂੰ ਆਪਾਂ ਆਪਣੇ ਅਗਲੇ ਲੈਕਚਰ 'ਚ ਡਿਸਕਸ ਕਰਾਂਗੇ, ਠੀਕ ਹੈ। ਉਮੀਦ ਹੈ ਤੁਹਾਨੂੰ ਲੈਕਚਰ ਜਿਹੜਾ ਹੈ ਉਹ ਸਮਝ ਆ ਗਿਆ ਹੋਵੇਗਾ। ਬੈਂਕ ਦਰ ਕੀ ਚੀਜ਼ ਹੁੰਦੀ ਹੈ, ਨਗਦ ਨਿਧੀ ਅਨੁਪਾਤ ਕੀ ਚੀਜ਼ ਹੁੰਦੀ ਹੈ, ਤਰਲਤਾ ਅਨੁਪਾਤ ਕੀ ਚੀਜ਼ ਹੁੰਦੀ ਹੈ, ਇਹਨਾਂ ਨੂੰ ਬਦਲ ਕੇ ਵੱਧ ਮੰਗ ਤੇ ਘੱਟ ਮੰਗ ਦੀ ਜਿਹੜੀ ਸਮੱਸਿਆ ਹੈ ਉਹਨੂੰ ਕਿਵੇਂ ਹੱਲ ਕੀਤਾ ਜਾ ਸਕਦਾ ਹੈ, ਤੁਹਾਨੂੰ ਸਮਝ ਆ ਗਿਆ ਹੋਵੇਗਾ। ਅਗਰ ਕੋਈ ਡਾਊਟ ਹੋਵੇ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖ ਦਿਆ ਜੇ, डाउट जरूर क्लियर किए जाएंगे। चैनल ਨੂੰ सब्सक्राइब करना नहीं भूलना, बेल आइकन क्लिक करना नहीं भूलना, लाइक ਤੇ शेयर भी करना है। जिन्ने ज्यादा लोगों तक पहुंचा सकते हो उन्ने ज्यादा लोगों तक ਇਹਨੂੰ ਜਿਹੜਾ ਪਹੁੰਚਾਓ ਤਾਂ ਕਿ ਸਭ ਨੂੰ ਜਿਹੜਾ ਇਸ ਚੀਜ਼ ਦਾ ਫਾਇਦਾ ਹੋ ਸਕੇ। थैंक यू वेरी मच।